ਔਰ ਅਸੀਂ ਤਕਰੀਬਨ 150 ਦੇ ਕਰੀਬ ਅਧਿਆਪਕ ਹਾਂ ਜਿਹੜੇ ਕਿ 10-10 12-12 ਸਾਲ ਜਿਨ੍ਹਾਂ ਨੂੰ ਲਗਾਤਾਰ ਠੇਕੇ ਤੇ ਹੀ ਕੰਮ ਕਰਦੇ ਨੂੰ ਹੋ ਗਏ ਨੇ। ਪਰ ਲਗਾਤਾਰ ਅਸੀਂ 3 ਸਰਕਾਰਾਂ ਨੂੰ ਵੇਖ ਚੁੱਕੇ ਹਾਂ, ਚੌਥੀ ਸਰਕਾਰ ਮੰਨ ਕੇ ਚੱਲੋ ਤੁਸੀਂ, ਔਰ ਇਸ ਤੋਂ ਇਲਾਵਾ 5 VC ਇੱਥੋਂ ਰਿਟਾਇਰ ਹੋ ਗਏ ਨੇ, 6ਵਾਂ VC ਆ, ਪਰ ਸਾਡੀ ਹਜੇ ਤੱਕ ਕਿਸੇ ਨੇ ਵੀ ਨਹੀਂ ਸੁਣੀ। ਅਸੀਂ ਆਪਣੀਆਂ ਸਾਰੀਆਂ ਯੋਗਤਾਵਾਂ ਚਾਹੇ UGC ਦੇ ਹੋਣ ਮਾਪਦੰਡ ਹੋਣ, ਚਾਹੇ ਪੰਜਾਬ ਸਰਕਾਰ ਦੇ ਮਾਪਦੰਡ ਹੋਣ, ਸਾਰੀਆਂ ਪੂਰੀਆਂ ਕਰਦੇ ਹਾਂ। UGC ਦੇ 2010 ਦੇ ਨਿਯਮ ਦੇ ਅਨੁਸਾਰ ਇੱਕ ਕੰਟਰੈਕਟ ਅਧਿਆਪਕ ਨੂੰ 1 ਸਾਲ ਲਈ ਰੱਖਿਆ ਜਾਊਗਾ, ਉਸ ਤੋਂ ਬਾਅਦ ਉਹਨੂੰ ਪੱਕਾ ਕਰਨਾ ਲਾਜ਼ਮੀ ਹੈ, ਔਰ ਉਸੇ ਦੌਰਾਨ ਵੀ ਉਹਨੂੰ ਜਿਹੜਾ ਕਿ ਇੱਕ ਰੈਗੂਲਰ ਅਧਿਆਪਕ ਦੇ ਬਰਾਬਰ ਗ੍ਰੇਡ ਦੇਣਾ ਬਣਦਾ ਹੈ। ਸੋ ਸਾਡੀ ਇਹੀ ਮੰਗ ਹੈ ਕਿ ਸਾਨੂੰ ਪਹਿਲ ਦੇ ਆਧਾਰ ਤੇ, ਸਾਡੀਆਂ ਯੋਗਤਾਵਾਂ ਦੇ ਆਧਾਰ ਤੇ ਅਤੇ ਸਾਡੇ ਲਗਾਤਾਰ 10-10 12 ਸਾਲਾਂ ਕੰਮ ਦੇ ਆਧਾਰ ਤੇ ਸਾਨੂੰ ਪੱਕਾ ਕੀਤਾ ਜਾਵੇ। ਪੱਕਾ ਕਰਨ ਤੱਕ ਜਿਹੜਾ ਹੈਗਾ ਕਿ ਸਾਨੂੰ ਫੁੱਲ ਗ੍ਰੇਡ ਦਿੱਤਾ ਜਾਵੇ। ਕੁਝ ਅਜਿਹੇ ਅਧਿਆਪਕ ਨੇ ਜਿਹਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ 2014 ਤੋਂ ਹੀ ਇੱਕ ਰੈਗੂਲਰ ਟੀਚਰ ਦੇ ਬਰਾਬਰ ਗ੍ਰੇਡ ਦਿੰਦੀ ਆ ਰਹੀ ਹੈ, ਜਦੋਂ ਕਿ ਨੇਚਰ ਆਫ ਪੋਸਟ ਉਹਨਾਂ ਦੀ ਵੀ ਕੰਟਰੈਕਟ ਹੈ ਤੇ ਸਾਡੀ ਵੀ ਕੰਟਰੈਕਟ ਹੈ। ਤੁਹਾਡੀ ਵਾਈਸ ਚਾਂਸਲਰ ਸਾਹਿਬ ਦੇ ਨਾਲ ਗੱਲਬਾਤ ਹੋਈ ਹੈ, ਮੁਲਾਕਾਤ ਹੋਈ ਹੈ, ਜਾਂ ਫਿਰ ਕਿਸੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਅਧਿਕਾਰੀ ਦੇ ਨਾਲ ਇਸ ਮੁੱਦੇ ਤੇ ਗੱਲ ਹੋਈ ਹੈ? ਅਸੀਂ ਪਿਛਲੀ 12 ਦਸੰਬਰ ਨੂੰ ਧਰਨੇ ਤੇ ਬੈਠ ਗਏ ਸੀਗੇ। ਉਸ ਸਮੇਂ ਦੌਰਾਨ ਯੂਨੀਵਰਸਿਟੀ ਅਥਾਰਟੀ ਸਾਡੇ ਕੋਲ ਆਪ ਨਹੀਂ ਚੱਲ ਕੇ ਆਈ, ਅਸੀਂ ਕਈ ਵਾਰੀ ਯੂਨੀਵਰਸਿਟੀ ਅਥਾਰਟੀ ਨੂੰ ਮੰਗ ਪੱਤਰ ਦੇ ਕੇ ਆਏ। ਸਤਿ ਸ਼੍ਰੀ ਅਕਾਲ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਇੱਕ ਪਾਸੇ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਦੇ ਵਿਹੜੇ ਦੇ ਵਿੱਚ ਇੱਕ ਸੰਘਰਸ਼ ਮਗਿਆ ਹੋਇਆ ਹੈ, ਜਿਸ ਨੇ ਪੂਰੀ ਤਰ੍ਹਾਂ ਦੇ ਨਾਲ ਆਪਣਾ ਧਿਆਨ ਆਪਣੇ ਵੱਲ ਖਿੱਚ ਲਿਆ। ਖਾਸ ਤੌਰ ਦੇ ਉੱਤੇ ਇਹ ਉਹ ਅਧਿਆਪਕ ਨੇ ਜਿਹੜੇ ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ ਦੇ ਵਿੱਚ ਕੰਟਰੈਕਟ ਦੇ ਉੱਤੇ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਨੇ। ਸਾਡੇ ਨਾਲ ਅਧਿਆਪਕ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਕੀ ਕਾਰਨ ਹੈ, ਕਿਹੜੀਆਂ ਮੰਗਾਂ ਨੇ ਕਿ ਸਰਦੀ ਦੇ ਵਿੱਚ ਵੀ ਉਹਨਾਂ ਨੂੰ ਆਪਣੇ ਘਰ-ਬਾਰ ਛੱਡ ਕੇ, ਕਾਲਜ ਛੱਡ ਕੇ ਯੂਨੀਵਰਸਿਟੀ ਦੇ ਵਿੱਚ ਧਰਨੇ ਦੇ ਉੱਤੇ ਬੈਠਣਾ ਪੈ ਰਿਹਾ ਹੈ। ਸਵਾਗਤ ਹੈ ਜੀ ਤੁਹਾਡਾ। ਹਾਂਜੀ, ਮੇਰਾ ਨਾਮ ਦਲਵੀਰ ਸਿੰਘ ਹੈ ਜੀ, ਔਰ ਮੈਂ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਕੰਟਰੈਕਟ ਆਧਾਰ ਤੇ ਪਿਛਲੇ 10 ਸਾਲ ਤੋਂ ਟੀਚ ਕਰ ਰਿਹਾ। ਔਰ ਅਸੀਂ ਤਕਰੀਬਨ 150 ਦੇ ਕਰੀਬ ਅਧਿਆਪਕ ਹਾਂ ਜਿਹੜੇ ਕਿ 10-10 12-12 ਸਾਲ ਜਿਨ੍ਹਾਂ ਨੂੰ ਲਗਾਤਾਰ ਠੇਕੇ ਤੇ ਹੀ ਕੰਮ ਕਰਦੇ ਨੂੰ ਹੋ ਗਏ ਨੇ, ਜਿਹਦੇ ਵਿੱਚ ਕੌਂਸਟੀਟਿਊਟ ਕਾਲਜ ਨੇ ਜੀ 13-14, ਔਰ ਉਹਦੇ ਵਿੱਚੋਂ ਇਸ ਤੋਂ ਇਲਾਵਾ ਰੀਜਨਲ ਸੈਂਟਰ, ਯੂਨੀਵਰਸਿਟੀ ਕੈਂਪਸ ਤੇ ਨੇਬਰਹੁੱਡ ਕੈਂਪਸ ਦੇ ਵਿੱਚ ਬਹੁਤ ਸਾਰੇ ਅਧਿਆਪਕ ਨੇ ਜਿਹੜੇ ਕਿ ਲਗਾਤਾਰ 10-10 12-12 ਸਾਲਾਂ ਤੋਂ ਠੇਕੇ ਆਧਾਰ ਤੇ ਹੀ ਕੰਮ ਕਰ ਰਹੇ ਨੇ। ਔਰ ਅਸੀਂ ਆਪਣੀਆਂ ਸਾਰੀਆਂ ਯੋਗਤਾਵਾਂ ਚਾਹੇ UGC ਦੇ ਹੋਣ ਮਾਪਦੰਡ ਹੋਣ, ਚਾਹੇ ਪੰਜਾਬ ਸਰਕਾਰ ਦੇ ਮਾਪਦੰਡ ਹੋਣ, ਸਾਰੀਆਂ ਪੂਰੀਆਂ ਕਰਦੇ ਹਾਂ। UGC ਦੇ 2010 ਦੇ ਨਿਯਮ ਦੇ ਅਨੁਸਾਰ ਇੱਕ ਕੰਟਰੈਕਟ ਅਧਿਆਪਕ ਨੂੰ 1 ਸਾਲ ਲਈ ਰੱਖਿਆ ਜਾਊਗਾ, ਉਸ ਤੋਂ ਬਾਅਦ ਉਹਨੂੰ ਪੱਕਾ ਕਰਨਾ ਲਾਜ਼ਮੀ ਹੈ, ਔਰ ਉਸੇ ਦੌਰਾਨ ਵੀ ਉਹਨੂੰ ਜਿਹੜਾ ਕਿ ਇੱਕ ਰੈਗੂਲਰ ਅਧਿਆਪਕ ਦੇ ਬਰਾਬਰ ਗ੍ਰੇਡ ਦੇਣਾ ਬਣਦਾ ਹੈ। ਪਰ ਲਗਾਤਾਰ ਅਸੀਂ 3 ਸਰਕਾਰਾਂ ਨੂੰ ਵੇਖ ਚੁੱਕੇ ਹਾਂ, ਚੌਥੀ ਸਰਕਾਰ ਮੰਨ ਕੇ ਚੱਲੋ ਤੁਸੀਂ, ਔਰ ਇਸ ਤੋਂ ਇਲਾਵਾ 5 VC ਇੱਥੋਂ ਰਿਟਾਇਰ ਹੋ ਗਏ ਨੇ, 6ਵਾਂ VC ਆ, ਪਰ ਸਾਡੀ ਹਜੇ ਤੱਕ ਕਿਸੇ ਨੇ ਵੀ ਨਹੀਂ ਸੁਣੀ। ਸੋ ਸਾਡੀ ਇਹੀ ਮੰਗ ਹੈ ਕਿ ਸਾਨੂੰ ਪਹਿਲ ਦੇ ਆਧਾਰ ਤੇ, ਸਾਡੀਆਂ ਯੋਗਤਾਵਾਂ ਦੇ ਆਧਾਰ ਤੇ ਅਤੇ ਸਾਡੇ ਲਗਾਤਾਰ 10-10 12 ਸਾਲਾਂ ਕੰਮ ਦੇ ਆਧਾਰ ਤੇ ਸਾਨੂੰ ਪੱਕਾ ਕੀਤਾ ਜਾਵੇ। ਪੱਕਾ ਕਰਨ ਤੱਕ ਜਿਹੜਾ ਹੈਗਾ ਕਿ ਸਾਨੂੰ ਫੁੱਲ ਗ੍ਰੇਡ ਦਿੱਤਾ ਜਾਵੇ। ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਸਾਡੇ ਵਿੱਚੋਂ ਕੁਝ ਅਜਿਹੇ ਅਧਿਆਪਕ ਨੇ ਜਿਹਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ 2014 ਤੋਂ ਹੀ ਇੱਕ ਰੈਗੂਲਰ ਟੀਚਰ ਦੇ ਬਰਾਬਰ ਗ੍ਰੇਡ ਦਿੰਦੀ ਆ ਰਹੀ ਹੈ, ਜਦੋਂ ਕਿ ਨੇਚਰ ਆਫ ਪੋਸਟ ਉਹਨਾਂ ਦੀ ਵੀ ਕੰਟਰੈਕਟ ਹੈ ਤੇ ਸਾਡੀ ਵੀ ਕੰਟਰੈਕਟ ਹੈ। ਸੋ ਸਾਡੀ ਇਹ ਮੰਗ ਹੈ ਕਿ ਜਿਵੇਂ ਪੰਜਾਬ ਸਰਕਾਰ ਦੇ ਸਰਕਾਰੀ ਕਾਲਜਾਂ ਦੇ ਵਿੱਚ ਜਿਹੜੇ ਕਿ ਕੰਟਰੈਕਟ ਅਧਿਆਪਕ ਪੜ੍ਹਾ ਰਹੇ ਨੇ, ਉਹਨਾਂ ਨੂੰ ਵੀ 2012-13 ਤੇ ਫੁੱਲ ਗ੍ਰੇਡ ਦਿੱਤਾ ਜਾ ਰਿਹਾ, ਔਰ ਨਾਲ ਦੀ ਨਾਲ DA ਅਤੇ ਹੋਰ ਮਾਣ ਪੱਤੇ ਦਿੱਤੇ ਜਾ ਰਹੇ ਨੇ। ਸਾਨੂੰ ਵੀ ਉਸੇ ਹਿਸਾਬ ਨਾਲ ਹੀ ਸਾਡੀਆਂ ਯੋਗਤਾਵਾਂ ਤੇ ਸਾਡੇ ਲਗਾਤਾਰ 10-12 ਸਾਲਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸਾਡੀ ਪੰਜਾਬ ਸਰਕਾਰ ਅੱਗੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੱਗੇ ਇਹ ਦਰਖਾਸਤ ਹੈ ਕਿ ਸਾਨੂੰ ਉਹਨਾਂ ਦੇ ਆਧਾਰ ਤੇ ਫੁੱਲ ਗ੍ਰੇਡ ਦਿੱਤਾ ਜਾਵੇ ਤੇ ਜਲਦੀ ਤੋਂ ਜਲਦੀ ਕਿਸੇ ਪੁਖਤਾ ਨੀਤੀ ਦੇ ਤਹਿਤ ਸਾਨੂੰ ਰੈਗੂਲਰ ਕੀਤਾ ਜਾਵੇ ਜੀ। ਤੇ ਤੁਹਾਡੀ ਵਾਈਸ ਚਾਂਸਲਰ ਸਾਹਿਬ ਦੇ ਨਾਲ ਗੱਲਬਾਤ ਹੋਈ ਹੈ, ਮੁਲਾਕਾਤ ਹੋਈ ਹੈ, ਜਾਂ ਫਿਰ ਕਿਸੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਅਧਿਕਾਰੀ ਦੇ ਨਾਲ ਇਸ ਮੁੱਦੇ ਤੇ ਗੱਲ ਹੋਈ ਹੋਵੇ? ਅਸੀਂ ਪਿਛਲੀ 12 ਦਸੰਬਰ ਨੂੰ ਧਰਨੇ ਤੇ ਬੈਠ ਗਏ ਸੀਗੇ। ਉਸ ਸਮੇਂ ਦੌਰਾਨ ਯੂਨੀਵਰਸਿਟੀ ਅਥਾਰਟੀ ਸਾਡੇ ਕੋਲ ਆਪ ਨਹੀਂ ਚੱਲ ਕੇ ਆਈ, ਅਸੀਂ ਕਈ ਵਾਰੀ ਯੂਨੀਵਰਸਿਟੀ ਅਥਾਰਟੀ ਨੂੰ ਮੰਗ ਪੱਤਰ ਦੇ ਕੇ ਆਏ ਹਾਂ।
ਔਰ ਸਾਨੂੰ ਹਰ ਵਾਰ ਵਿਸ਼ਵਾਸਨ ਦਿੰਦੇ ਰਹੇ। ਇਸ ਤੋਂ ਪਹਿਲਾਂ ਜਿਹੜੇ ਪਹਿਲੇ ਡਾਇਰੈਕਟਰ ਸੀਗੇ ਡਾਕਟਰ ਤ੍ਰਿਸ਼ਨਜੀਤ ਕੌਰ, ਉਹਨਾਂ ਨੇ ਸਾਨੂੰ ਵਿਸ਼ਵਾਸਨ ਦਿਵਾਇਆ ਸੀਗਾ ਕਿ 2 ਦਿਨਾਂ ਦੇ ਵਿੱਚ ਤੁਹਾਡਾ ਮਸਲਾ ਹੱਲ ਕਰ ਦਿੱਤਾ ਜਾਏਗਾ। ਬਟ 31 ਦਸੰਬਰ ਨੂੰ ਰਿਟਾਇਰ ਹੋਣ ਤੱਕ ਵੀ ਉਹਨਾਂ ਨੇ ਸਾਨੂੰ ਸਿਰਫ ਲਾਰੇ ਲਏ, ਕਿਸੇ ਤਰੀਕੇ ਦਾ ਸਾਡੇ ਮੰਗਾਂ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ। ਉਸ ਤੋਂ ਬਾਅਦ ਦੇ ਵਿੱਚ ਅਸੀਂ ਡੀਨ ਐਕੈਡਮਿਕ ਅਤੇ ਐਫਓ ਤੇ ਰਜਿਸਟਰਾਰ ਸਾਹਿਬ ਨੂੰ ਕਈ ਵਾਰੀ ਆਪਣੇ ਮੰਗ ਪੱਤਰ ਦੇ ਚੁੱਕੇ ਹਾਂ, ਪਰ ਹਜੇ ਤੱਕ ਵੀ ਸਾਡੇ ਨਾਲ ਮੀਟਿੰਗਾਂ ਤਾਂ ਅਸੀਂ ਆਪ ਜਾ ਕੇ ਮੀਟਿੰਗਾਂ ਕਰਦੇ ਹਾਂ, ਉਹਨਾਂ ਨੇ ਸਾਨੂੰ ਮੀਟਿੰਗ ਲਈ ਨਹੀਂ ਕਦੀ ਵੀ ਬੁਲਾਇਆ ਔਰ ਹਮੇਸ਼ਾ ਆਸ਼ਵਾਸਨ ਦੇ ਰਹੇ ਨੇ। ਪਰ ਲਗਾਤਾਰ 12 ਦਸੰਬਰ ਤੋਂ ਸਾਨੂੰ ਇਦਾਂ ਹੀ ਲੱਗ ਰਿਹਾ ਕਿ ਸਾਨੂੰ ਲਾਰਾ ਹੀ ਲਾਇਆ ਜਾ ਰਿਹਾ ਔਰ ਵਾਈਸ ਚਾਂਸਲਰ ਸਾਹਿਬ ਨਾਲ ਹਜੇ ਤੱਕ ਕੋਈ ਵੀ ਸਾਡੀ ਮੁਲਾਕਾਤ ਜਾਂ ਮੀਟਿੰਗ ਨਹੀਂ ਹੋਏਗੀ। ਅੱਛਾ, ਇੱਕ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਕੋਈ ਵੀ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠ ਜਾਂਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਪਿੱਛੇ ਸਕੂਲ ਜਾਂ ਜਿਹੜਾ ਵੀ ਕਾਲਜ ਹੈ ਉਹਦੀ ਪੜ੍ਹਾਈ ਵੀ ਪ੍ਰਭਾਵਿਤ ਹੁੰਦੀ ਹੈ, ਬੱਚਿਆਂ ਦੇ ਉੱਤੇ ਅਸਰ ਪੈਂਦਾ ਹੈ। ਤੁਸੀਂ ਇੱਥੇ ਬੈਠੇ ਹੋ ਤਾਂ ਬੱਚਿਆਂ ਦਾ ਵਾਲੀ ਵਾਰਸ ਕੌਣ ਹੈ? ਦੇਖੋ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਪਰ ਦੇਖੋ ਜੇ ਅਧਿਆਪਕ ਦਾ ਆਉਦਾ ਹੀ ਫਿਊਚਰ ਜੇ ਨਹੀਂ ਠੀਕ ਹੋਏਗਾ ਤਾਂ ਬੱਚੇ ਦਾ ਫਿਊਚਰ ਕਿਵੇਂ ਬ੍ਰਾਈਟ ਹੋਏਗਾ। ਸਾਡੇ ਖੁਦ ਦੇ ਬੱਚੇ ਬਹੁਤ ਸਾਰੇ ਫੀਲਡ 'ਚ ਜਾ ਕੇ ਰੈਗੂਲਰ ਭਰਤੀ ਹੋ ਗਏ। ਜਦੋਂ ਸਾਨੂੰ ਮਿਲਦੇ ਨੇ ਸਾਨੂੰ ਹਜੇ ਵੀ ਪੁੱਛਦੇ ਕਿ ਸਰ ਤੁਸੀਂ ਹਜੇ ਵੀ ਠੇਕੇ ਤੇ ਪੜ੍ਹਾ ਰਹੇ, ਤੁਹਾਨੂੰ ਹਜੇ ਯੂਨੀਵਰਸਿਟੀ ਨੇ ਰੈਗੂਲਰ ਨਹੀਂ ਕੀਤਾ। ਤੁਸੀਂ ਆਹ ਦੇਖੋ, ਜੇ ਸਾਡਾ ਆਪਣਾ ਹੀ ਬੁਰਾ ਹਾਲ ਆ, ਉਹਨਾਂ ਬੱਚਿਆਂ ਦਾ ਭਵਿੱਖ ਅਸੀਂ ਕਿੱਦਾਂ ਬਣਾ ਸਕਦੇ? ਸਾਡਾ ਆਪਣਾ ਜਿਹੜਾ ਭਵਿੱਖ ਹੀ ਹਨੇਰੇ ਦੇ ਵਿੱਚ ਹੈ। ਸੋ ਅਸੀਂ ਕੋਈ ਸਾਨੂੰ ਸ਼ੌਂਕ ਨਹੀਂ ਇੱਥੇ ਆ ਕੇ ਧਰਨਿਆਂ 'ਤੇ ਬੈਠਣ ਦਾ, ਅਸੀਂ ਵੀ ਮਜਬੂਰੀਆਂ ਵੱਸ ਬੈਠੇ ਆ। ਸਾਨੂੰ 12-12 ਸਾਲ ਹੋ ਗਏ ਨੇ ਲਗਾਤਾਰ ਹਰੇਕ ਵਾਈਸ ਚਾਂਸਲਰ ਕੋਲੇ, ਹਰੇਕ ਸਰਕਾਰ ਕੋਲੇ ਇਹ ਦਰਖਾਸਤ ਕਰਦੇ ਆ ਰਹੇ, ਪਰ ਹਜੇ ਤੱਕ ਸਾਡੀ ਨਹੀਂ ਸੁਣੀਗੀ। ਸੋ ਅਸੀਂ ਆਪ ਚਾਹੁੰਦੇ ਹਾਂ ਕਿ ਸਾਡਾ ਜਲਦੀ ਜਲਦੀ ਮਸਲਾ ਹੱਲ ਕੀਤਾ ਜਾਵੇ, ਅਸੀਂ ਆਪਣੇ ਆਪਣੇ ਸੈਂਟਰ 'ਚ ਜਾ ਕੇ ਬੱਚਿਆਂ ਦੀ ਪੜ੍ਹਾਈ ਦਾ ਕੰਮ ਪੂਰਾ ਕਰਵਾ ਸਕੀਏ। ਅੱਛਾ, ਤੁਸੀਂ ਬੀਤੇ ਦਿਨਾਂ ਦੇ ਦੌਰਾਨ ਆਪਣੇ ਪਰਿਵਾਰਾਂ ਦੇ ਨਾਲ ਵੀ ਇਸ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ ਸੀ, ਪਰਿਵਾਰ ਵੀ ਨਾਲ ਬਿਠਾਏ ਸੀ, ਛੋਟੇ ਬੱਚੇ ਠੰਡ ਦੇ ਵਿੱਚ ਬੈਠੇ ਰਹੇ ਨੇ। ਇਹਦਾ ਕੋਈ ਅਸਰ ਪਿਆ ਪ੍ਰਸ਼ਾਸਨ ਦੇ ਉੱਤੇ ਜਾਂ ਕੋਈ ਤੁਹਾਨੂੰ ਕੋਈ ਦਿੱਤੀ ਹੋਵੇ ਤਰਜੀਹ ਵੀ ਹਾਂ ਵੀ ਬੱਚੇ ਵੀ ਆ ਗਏ ਨੇ ਤਾਂ ਇਹਨਾਂ ਦਾ ਮਸਲਾ ਹੱਲ ਕੀਤਾ ਜਾਵੇ? ਹਜੇ ਤੱਕ ਅਜਿਹਾ ਸਾਨੂੰ ਨਹੀਂ ਲੱਗਿਆ। ਬਸ ਸਾਨੂੰ ਸਿਰਫ ਜਿਨ੍ਹਾਂ ਕੋਲ ਵੀ ਅਸੀਂ ਆਪਣੀ ਦਰਖਾਸਤ ਲੈ ਕੇ ਜਾਂਦੇ ਹਾਂ, ਚਾਹੇ ਡਾਇਰੈਕਟਰ ਮੈਡਮ ਸੀਗੇ, ਚਾਹੇ ਡੀਨ ਸਰ ਸੀਗੇ ਤੇ ਚਾਹੇ ਰਜਿਸਟਰਾਰ ਮੈਡਮ ਸੀਗੇ, ਬਸ ਉਹਨਾਂ ਤੋਂ ਇਹ ਹੈ ਕਿ ਅਸੀਂ ਕਰ ਰਹੇ ਹਾਂ। ਬਸ ਇਹ ਤੋਂ ਇਲਾਵਾ ਸਾਨੂੰ ਹਜੇ ਤੱਕ ਕੋਈ ਵੀ ਪੁਖਤਾ ਹੱਲ ਉਹਨਾਂ ਨੇ ਸਾਨੂੰ ਨਹੀਂ ਦਿੱਤਾ। ਤੇ ਮੈਨੂੰ ਲੱਗਦਾ ਕਿ ਉਹਨਾਂ ਬੱਚਿਆਂ ਦਾ ਵੀ ਅਸਰ ਨਹੀਂ ਹੋਇਆ ਕਿ ਛੋਟੇ ਬੱਚੇ ਵੀ ਇੰਨੀ ਕੜਾਕੇ ਦੀ ਸਰਦੀ ਵਿੱਚ ਸਾਡੇ ਨਾਲ ਆ ਕੇ ਧਰਨਿਆਂ ਤੇ ਬੈਠਦੇ ਰਹੇ ਨੇ। ਸੋ ਉਹਨਾਂ ਦਾ ਮੈਨੂੰ ਲੱਗਦਾ ਹਜੇ ਤੱਕ ਉਹਨਾਂ ਤੇ ਅਸਰ ਨਹੀਂ ਹੋਇਆ। ਅੱਛਾ, ਜੇਕਰ ਲੰਮਾ ਸਮਾਂ ਤੁਹਾਨੂੰ ਸੰਘਰਸ਼ ਕਰਨਾ ਪੈਂਦਾ ਹੈ, ਯੂਨੀਵਰਸਿਟੀ ਪ੍ਰਸ਼ਾਸਨ ਤੁਹਾਡੀ ਕਿਸੇ ਵੀ ਗੱਲ ਦੇ ਉੱਤੇ ਹਾਮੀ ਨਹੀਂ ਭਰਦਾ, ਤਾਂ ਤੁਹਾਡਾ ਅਗਲਾ ਕਦਮ ਕੀ ਹੋਵੇਗਾ? ਦੇਖੋ ਜੀ, ਅਗਲਾ ਕਦਮ ਇਹ ਹੈ ਕਿ ਸਾਡੇ ਪਿੰਡਾਂ 'ਚ ਸਾਡੇ ਪਰਿਵਾਰ ਨਾਲ ਬੈਠਣਗੇ। ਸਾਡੇ ਜਦ ਤੱਕ ਸਾਡੀ ਮੰਗਾਂ ਦਾ ਹੱਲ ਨਹੀਂ ਹੁੰਦਾ, ਚਾਹੇ ਸਾਨੂੰ ਸੰਘਰਸ਼ ਮਹੀਨਾ ਲੜਨਾ ਪੈ ਜਾਵੇ, ਸਾਲ ਲੜਨਾ ਪੈ ਜਾਵੇ, ਸਾਲਾਂ ਦਰ ਲੜਨਾ ਪੈ ਜਾਵੇ, ਇਹ ਸੰਘਰਸ਼ ਜਾਰੀ ਰੱਖਾਂਗੇ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ। ਬਿਲਕੁਲ ਜੀ, ਪੂਰੀ ਤਰ੍ਹਾਂ ਸੰਘਰਸ਼ ਮਗਿਆ ਹੋਇਆ ਤੇ ਇਹਨਾਂ ਨੇ ਕਹਿ ਦਿੱਤਾ ਹੈ ਕਿ ਜੇਕਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਪਰਿਵਾਰ ਵੀ ਇਸ ਧਰਨੇ ਦਾ ਹਿੱਸਾ ਬਣਨੇ ਸ਼ੁਰੂ ਹੋ ਜਾਣਗੇ। ਹੁਣ ਦੇਖਣਾ ਹੋਵੇਗਾ ਕਿ ਇਹਨਾਂ ਕੰਟਰੈਕਟ ਤੇ ਪੜਾਉਣ ਵਾਲੇ ਪ੍ਰੋਫੈਸਰਾਂ ਦੀ, ਅਧਿਆਪਕਾਂ ਦੀਆਂ ਮੰਗਾਂ ਨੂੰ ਕਦੋਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪੂਰਾ ਕੀਤਾ ਜਾਂਦਾ ਹੈ। ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਧਰਮਿੰਦਰ ਸੰਧੂ, ਜੁੜੇ ਰਹੋ D5 ਚੈਨਲ ਪੰਜਾਬੀ ਦੇ ਨਾਲ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।